ਆਸਾਂ ਰੱਖੀਆਂ ਨੇ। ਜੇਕਰ ਇਹ ਖੇਤੀ ਦੇ ਬਾਰੇ ਸੋਚਦੇ ਨੇ ਇਹ ਚੰਗੀ ਗੱਲ ਹੈਗੀ ਆ, ਪਰ ਇਹ ਬਹੁਤ ਨਗੂਣਾ ਬਜਟ ਹੈਗਾ ਸਾਡੇ ਹਿਸਾਬ ਦੇ ਨਾਲ। ਜੇ ਜਿਹੜੀ ਖੇਤੀ ਹੈ, ਜਿਹੜੀ ਖੇਤੀ ਜਿੰਨਾ ਚਿਰ ਇੱਥੋਂ ਕਾਰਪੋਰੇਟ ਸਿਸਟਮ ਨੂੰ ਬਾਹਰ ਨਹੀਂ ਕੱਢਦੇ ਉਹਦੀ ਕੋਈ ਗੱਲ ਨਹੀਂ ਕਰਦੇ ਮੁੱਖ ਮੰਤਰੀ ਸਾਹਿਬ ਵੀ ਅਸੀਂ ਕਾਰਪੋਰੇਟ ਸਿਸਟਮ ਤੋਂ ਬਾਹਰ ਕੱਢਦੇ ਹਾਂ। ਅਸੀਂ ਕਿਹਾ ਵੀ ਸਾਡੇ ਵਾਸਤੇ ਜਿਹੜੀਆਂ ਪਾਸਬੁੱਕਾਂ ਨੇ, ਜਿਹੜੀ ਸੂਦਖੋਰੀ ਸਾਨੂੰ ਲੁੱਟ ਕੇ ਖਾ ਰਹੀ ਆ, ਜੇ ਇਕੱਲੀਆਂ ਪਾਸਬੁੱਕ ਹੀ ਜਾਰੀ ਕਰ ਦਿਓ, ਜਣੀ ਉਸ ਪਾਸੇ ਸਰਕਾਰ ਆ ਜਿਹੜੀ ਉਹ ਨਹੀਂ ਜਾ ਰਹੀ। ਇਸ ਕਰਕੇ ਜਣੀ ਇਹ ਤਾਂ ਜੇ ਸਰਕਾਰ ਮੂੰਗੀ ਦੀ ਗੱਲ ਕਰਦੀ ਆ, ਮੱਕੀ ਦੀ ਗੱਲ ਕਰਦੀ ਆ, ਇੱਥੇ ਫੁੱਲਾਂ ਦੀ ਖੇਤੀ ਹੋ ਸਕਦੀ ਆ, ਇੱਥੇ ਨਰਮੇ ਦੀ ਖੇਤੀ ਹੋ ਸਕਦੀ ਆ। ਅਸੀਂ ਪਿਛਲੇ ਦਿਨਾਂ 'ਚ ਜਿਹੜਾ ਖੇਤੀ ਦਾ ਖਾਰਣਾ ਦੇ ਕੇ ਆਏ ਸਰਕਾਰ ਨੂੰ, ਕਿਉਂਕਿ ਉਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਸੇ ਦਾ ਜ਼ਿਕਰ ਕੀਤਾ ਕਿ ਸਹਾਇਕ ਧੰਦੇ ਵੀ ਜਿਹੜੇ ਨਾਲ ਦੀ ਨਾਲ ਅਪਣਾਏ ਜਾਣਗੇ, ਉਹਨਾਂ ਲਈ ਤੇ ਵੀ ਜ਼ੋਰ ਦਿੱਤਾ ਜਾਊਗਾ। ਕਿਉਂਕਿ 13,000 ਕਰੋੜ ਦਾ ਬਜਟ, ਉਹ ਕਹਿ ਰਹੇ ਨੇ 800 ਕਰੋੜ ਦਾ ਬਜਟ, ਪਹਿਲਾਂ ਐਡਾ ਬਜਟ ਕਦੇ ਰੱਖਿਆ ਨਹੀਂ ਗਿਆ ਸੀ। ਫਿਰ ਵੀ ਅੱਜ ਦੂਜੇ ਨੰਬਰ ਤੇ ਖੇਤੀ ਦਾ ਬਜਟ ਆਇਆ, ਪਹਿਲੇ ਨੰਬਰ ਤੇ ਸਿੱਖਿਆ ਦਾ ਬਜਟ ਜਾਂ ਸਿਹਤ ਦਾ ਬਜਟ, ਜਿਹੜੇ ਉਹ ਤਿੰਨ ਮੇਨ ਬਜਟਾਂ ਦੇ ਵਿੱਚ ਰੱਖਿਆ ਗਿਆ ਹੈਗਾ। ਤੁਹਾਨੂੰ ਲੱਗਦਾ ਕਿ 225 ਕਰੋੜ ਰੁਪਈਆ ਬਾਗਬਾਨੀ ਲਈ ਜਾਂ ਫਿਰ ਮੂੰਗੀ ਦੀ ਫਸਲ ਨੂੰ MSP ਦੇ ਉੱਪਰ ਖਰੀਦਣ ਦੇ ਲਈ 125 ਕਰੋੜ ਰੱਖਿਆ ਗਿਆ ਹੈਗਾ। ਤਿੰਨ ਗੱਲਾਂ ਜਿਹੜਾ ਭਗਤ ਸਿੰਘ ਕਹਿ ਕੇ ਗਿਆ, ਉਹਨਾਂ ਤਿੰਨ ਗੱਲਾਂ ਨੂੰ ਨਹੀਂ ਕਰਦੀ ਉਨੀ ਦੇਰ ਸਾਡੇ ਕਿਸਾਨਾਂ ਦੀ ਖੁਸ਼ਹਾਲੀ ਨਹੀਂ ਹੋ ਸਕਦੀ। ਇਸ ਕਰਕੇ ਕੇਰਲਾ ਦੀ ਸਰਕਾਰ ਨੇ ਕੁੱਲ MSP ਤੈਅ ਕੀਤੀ ਹੈ 23 ਫਸਲਾਂ ਤੇ, ਪੰਜਾਬ ਸਰਕਾਰ ਕਰ ਸਕਦੀ ਆ। ਜਿੱਥੇ 3 ਦੀ ਪਾਣੀ ਕੱਢਦੀ ਸੀ 40 ਪਾਵਰ ਦੀਆਂ ਪਾਉਣੀਆਂ ਪੈ ਗਈਆਂ, ਲੋਡ ਫੀਸ ਨਹੀਂ ਭਰੀ ਜਾਂਦੀ, ਡਿਲੀਵਰੀ ਨਹੀਂ ਪੂਰੀ ਹੁੰਦੀ, ਕੇਬਲਾਂ ਨਹੀਂ ਪੂਰੀਆਂ ਹੁੰਦੀਆਂ। ਇਸ ਕਰਕੇ ਝੋਨੇ ਦੇ ਚੱਕਰ ਜੋ ਸਰਕਾਰ ਕੱਢੇ ਸਮਾ ਕਿਸਾਨਾਂ ਨੂੰ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਪਹਿਲਾ ਪੂਰਨ ਬਜਟ ਪੇਸ਼ ਕੀਤਾ ਗਿਆ, ਕਿਉਂਕਿ ਜਿਹੜਾ ਪਹਿਲਾ ਬਜਟ ਪੇਸ਼ ਕੀਤਾ ਗਿਆ ਸੀ ਉਹ ਕੁਝ ਮਹੀਨਿਆਂ ਦਾ ਸੀ, ਪਰ ਇਸ ਬਜਟ ਦੇ ਉੱਪਰ ਸਿਹਤ, ਖੇਤੀ ਅਤੇ ਸਿੱਖਿਆ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਗਿਆ ਹੈਗਾ। ਅਗਰ ਗੱਲ ਖੇਤੀਬਾੜੀ ਦੀ ਕੀਤੀ ਜਾਵੇ, ਕਿਉਂਕਿ ਪੰਜਾਬ ਜਿਹੜਾ ਉਹ ਖੇਤੀ ਪ੍ਰਧਾਨ ਸੂਬਾ ਹੈਗਾ, ਜਿਹੜਾ ਪੂਰੇ ਦੇਸ਼ ਦਾ ਜਿਹੜਾ ਢਿੱਡ ਭਰਦਾ ਹੈਗਾ, ਇੱਥੇ ਖੇਤੀ ਲਈ ਬਜਟ ਵੱਡਾ ਹੋਣਾ ਲਾਜ਼ਮੀ ਸੀ। ਇਸ ਲਈ 13,888 ਕਰੋੜ ਰੁਪਏ ਦਾ ਜਿਹੜਾ ਬਜਟ ਹੈ ਉਹ ਖੇਤੀ ਲਈ ਰੱਖਿਆ ਗਿਆ ਹੈਗਾ, ਜਿਹਦੇ ਵਿੱਚ ਕਈ ਵੱਡੀਆਂ ਗੱਲਾਂ ਜਿਹੜੀਆਂ ਵਿੱਤ ਮੰਤਰੀ ਵੱਲੋਂ ਕਹੀਆਂ ਗਈਆਂ ਨੇ ਕਿ ਹੁਣ ਤੱਕ ਕਿਸਾਨਾਂ ਦਾ ਜਿਹੜਾ ਫਸਲ ਬੀਮਾ ਸੀ ਜਿਹੜਾ ਉਹ ਨਹੀਂ ਹੁੰਦਾ ਸੀ, ਹੁਣ ਕਿਸਾਨਾਂ ਦਾ ਫਸਲ ਬੀਮਾ ਵੀ ਹੋਏਗਾ ਤੇ ਬਾਸਮਤੀ ਹੈ ਜਿਹੜੀ ਉਹਨਾਂ ਦੀ ਉਹ ਵੀ ਖਰੀਦੀ ਜਾਇਆ ਕਰੇਗੀ, ਜਾਣੀ ਕਿ ਸਰਕਾਰ ਖਰੀਦੇਗੀ। ਪਹਿਲਾਂ ਇਹ ਪ੍ਰਾਈਵੇਟ ਤੌਰ ਦੇ ਉੱਪਰ ਖਰੀਦੀ ਜਾਂਦੀ ਸੀ। ਦੂਜੇ ਨੰਬਰ ਤੇ ਉਹਨਾਂ ਨੇ ਕਿਹਾਗਾ ਕਿ ਜਿਹੜੀ ਜਿਵੇਂ ਕਿ ਮੂੰਗੀ ਸੀ ਜਾਂ ਜਿਹੜੀ ਝੋਨੇ ਦੀ ਸਿੱਧੀ ਵੇਚ ਹੁੰਦੀ ਸੀ, ਉਸ ਲਈ ਜਿਹੜਾ ਅਲੱਗ ਤੋਂ ਇੱਕ ਫੰਡ ਰੱਖਿਆ ਗਿਆ 125 ਕਰੋੜ ਰੁਪਏ ਦੇ, ਬਾਗਬਾਨੀ ਲਈ 225 ਕਰੋੜ ਰੁਪਏ ਜਿਹੜਾ ਰੱਖਿਆ ਗਿਆ। ਇਸ ਨੂੰ ਲੈ ਕੇ ਜਾਣੀ ਕਿ ਕਈ ਚੀਜ਼ਾਂ ਦਾ ਜ਼ਿਕਰ ਜਿਹੜਾ ਅੱਜ ਜਿਹੜਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤਾ ਗਿਆ। ਸਾਡੇ ਨਾਲ ਕਿਸਾਨ ਨੇਤਾ ਨੇ ਜਿਹੜੇ ਕਿ ਬਖੂਬੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਉਠਾਉਂਦੇ ਰਹੇ ਨੇ, ਕਿਉਂਕਿ ਸਰਕਾਰ ਨਾਲ ਇਹਨਾਂ ਦੀਆਂ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਨੇ, ਜ਼ੋਰ ਵੀ ਦਿੰਦੇ ਰਹੇ ਨੇ। ਆਖਰਕਾਰ ਕਿੰਨਾ ਕੁ ਬੂਰ ਪਿਆ, ਕਿਵੇਂ ਦੇਖਦੇ ਨੇ ਇਸ ਬਜਟ ਨੂੰ, ਇਹ ਉਹਨਾਂ ਨਾਲ ਗੱਲਬਾਤ ਕਰਦੇ ਆ। ਪ੍ਰਧਾਨ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਅੱਜ ਦੇ ਬਜਟ ਨੂੰ ਕਿਵੇਂ ਦੇਖਦੇ ਹੋ ਕਿ 13,888 ਕਰੋੜ ਰੁਪਏ ਦਾ ਇੱਕ ਵੱਡਾ ਬਜਟ ਖੇਤੀ ਲਈ ਰੱਖਿਆ ਗਿਆ? ਦੇਖੋ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ, ਲੋਕਾਂ ਨੇ ਮਤਲਬ ਜਦੋਂ ਇਹ ਸੱਤਾ 'ਚ ਆਇਆ, ਲੋਕਾਂ ਨੂੰ ਬਹੁਤ ਇਹਦੇ ਤੇ ਸੀਗਾ ਵੀ ਇਹ ਖੁਸ਼ਹਾਲ ਬਣਾਊਗਾ ਪੰਜਾਬ ਨੂੰ, ਤੇ ਬਹੁਤ ਵੱਡੀਆਂ ਆਸਾਂ ਰੱਖੀਆਂ ਨੇ। ਜੇਕਰ ਇਹ ਖੇਤੀ ਦੇ ਬਾਰੇ ਸੋਚਦੇ ਨੇ ਇਹ ਚੰਗੀ ਗੱਲ ਹੈਗੀ ਆ, ਪਰ ਇਹ ਬਹੁਤ ਨਗੂਣਾ ਬਜਟ ਹੈਗਾ ਸਾਡੇ ਹਿਸਾਬ ਦੇ ਨਾਲ। ਕਿਉਂਕਿ ਜਿਹੜੀ ਸਰਕਾਰ ਇਹ ਕਹਿ ਰਹੀ ਆ ਵੀ ਅਸੀਂ ਤਾਂ ਖੇਤੀ ਨੀਤੀ ਲੈ ਕੇ ਆ ਰਹੇ ਹਾਂ, ਇੱਥੇ ਮਤਲਬ ਵਿਭਿੰਨਤਾ ਲੈ ਕੇ ਆਵਾਂਗੇ, ਇਸ ਦੇ ਹਿਸਾਬ ਦੇ ਨਾਲ ਜੇ ਜਿਹੜੀ ਖੇਤੀ ਹੈ, ਜਿਹੜੀ ਖੇਤੀ ਜਿੰਨਾ ਚਿਰ ਇੱਥੋਂ ਕਾਰਪੋਰੇਟ ਸਿਸਟਮ ਨੂੰ ਬਾਹਰ ਨਹੀਂ ਕੱਢਦੇ ਉਹਦੀ ਕੋਈ ਗੱਲ ਨਹੀਂ ਕਰਦੇ ਮੁੱਖ ਮੰਤਰੀ ਸਾਹਿਬ ਵੀ ਅਸੀਂ ਕਾਰਪੋਰੇਟ ਸਿਸਟਮ ਤੋਂ ਬਾਹਰ ਕੱਢਦੇ ਹਾਂ। ਅਸੀਂ ਕਿਹਾ ਵੀ ਸਾਡੇ ਵਾਸਤੇ ਜਿਹੜੀਆਂ ਪਾਸਬੁੱਕਾਂ ਨੇ, ਜਿਹੜੀ ਸੂਦਖੋਰੀ ਸਾਨੂੰ ਲੁੱਟ ਕੇ ਖਾ ਰਹੀ ਆ, ਜੇ ਇਕੱਲੀਆਂ ਪਾਸਬੁੱਕ ਹੀ ਜਾਰੀ ਕਰ ਦਿਓ, ਜਣੀ ਉਸ ਪਾਸੇ ਸਰਕਾਰ ਆ ਜਿਹੜੀ ਉਹ ਨਹੀਂ ਜਾ ਰਹੀ। ਇਸ ਕਰਕੇ ਜਣੀ ਇਹ ਤਾਂ ਜੇ ਸਰਕਾਰ ਮੂੰਗੀ ਦੀ ਗੱਲ ਕਰਦੀ ਆ, ਮੱਕੀ ਦੀ ਗੱਲ ਕਰਦੀ ਆ, ਇੱਥੇ ਫੁੱਲਾਂ ਦੀ ਖੇਤੀ ਹੋ ਸਕਦੀ ਆ, ਇੱਥੇ ਨਰਮੇ ਦੀ ਖੇਤੀ ਹੋ ਸਕਦੀ ਆ। ਅਸੀਂ ਪਿਛਲੇ ਦਿਨਾਂ 'ਚ ਜਿਹੜਾ ਖੇਤੀ ਦਾ ਖਾਰਣਾ ਦੇ ਕੇ ਆਏ ਸਰਕਾਰ ਨੂੰ। ਕਿਉਂਕਿ ਉਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਸੇ ਦਾ ਜ਼ਿਕਰ ਕੀਤਾ ਕਿ ਸਹਾਇਕ ਧੰਦੇ ਵੀ ਜਿਹੜੇ ਨਾਲ ਦੀ ਨਾਲ ਅਪਣਾਏ ਜਾਣਗੇ, ਉਹਨਾਂ ਲਈ ਤੇ ਵੀ ਜ਼ੋਰ ਦਿੱਤਾ ਜਾਊਗਾ। ਕਿਉਂਕਿ 13,000 ਕਰੋੜ ਦਾ ਬਜਟ, ਉਹ ਕਹਿ ਰਹੇ ਨੇ 800 ਕਰੋੜ ਦਾ ਬਜਟ, ਪਹਿਲਾਂ ਐਡਾ ਬਜਟ ਕਦੇ ਰੱਖਿਆ ਨਹੀਂ ਗਿਆ ਸੀ। ਫਿਰ ਵੀ ਅੱਜ ਦੂਜੇ ਨੰਬਰ ਤੇ ਖੇਤੀ ਦਾ ਬਜਟ ਆਇਆ, ਪਹਿਲੇ ਨੰਬਰ ਤੇ ਸਿੱਖਿਆ ਦਾ ਬਜਟ ਜਾਂ ਦਾ ਬਜਟ, ਜਿਹੜੇ ਉਹ ਤਿੰਨ ਮੇਨ ਬਜਟਾਂ ਦੇ ਵਿੱਚ ਰੱਖਿਆ ਗਿਆ ਹੈਗਾ। ਤੁਹਾਨੂੰ ਲੱਗਦਾ ਕਿ 225 ਕਰੋੜ ਰੁਪਈਆ ਬਾਗਬਾਨੀ ਲਈ ਜਾਂ ਫਿਰ ਮੂੰਗੀ ਦੀ ਫਸਲ ਨੂੰ MSP ਦੇ ਉੱਪਰ ਖਰੀਦਣ ਦੇ ਲਈ 125 ਕਰੋੜ ਰੱਖਿਆ ਗਿਆ ਹੈਗਾ। ਬਾਸਮਤੀ ਖਰੀਦਣ ਦੇ ਲਈ ਪਹਿਲੀ ਵਾਰ ਕੋਈ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਾਸਮਤੀ ਖਰੀਦਾਂਗੇ, ਪਹਿਲਾਂ ਸਰਕਾਰਾਂ ਨਹੀਂ ਖਰੀਦੀਆਂ ਸੀ। ਦੇਖੋ, ਜਿੰਨੀਆਂ ਗੱਲਾਂ ਇਹ ਸਰਕਾਰ ਐ ਕਹਿ ਰਹੀ ਹੈ ਵੀ ਅਸੀਂ ਇਹ ਖਰੀਦਾਂਗੇ, ਇਹ ਚੰਗੀ ਗੱਲ ਹੈਗੀ ਆ, ਪਰ ਜਦੋਂ ਅਸੀਂ ਅਮਲੀ ਰੂਪ 'ਚ ਦੇਖਦੇ ਹਾਂ, ਅਮਲੀ ਰੂਪ 'ਚ ਜਦੋਂ ਸਰਕਾਰ ਭੁਗਤਦੀ ਹੈਗੀ ਆ, ਉਦੋਂ ਸਰਕਾਰ ਜਿਹੜੀ ਉਹ ਦੂਜੇ ਪਾਸੇ ਹੀ ਭੁਗਤਦੀ ਆ। ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸੱਚੀ ਮੁੱਚੀ ਜੇ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਸਰਕਾਰ ਕਹਿੰਦੀ ਆ, ਤਾਂ
ਇਹ ਜਿਹੜਾ ਜੰਨੀ ਤੇਰ ਇੱਥੋਂ ਜਣੀ ਇੱਥੇ ਕਹਾਣੀ ਵੰਡਾ ਖਤਮ ਨਹੀਂ ਹੁੰਦੀ। ਇੱਥੇ ਜਿਹੜਾ ਕਾਨੂੰਨ ਮੁਤਾਬਕ ਨਿਕਲਦੀ ਵਾਧੂ ਜ਼ਮੀਨ, ਜਿੰਨਾ ਚਿਰ ਜ਼ਮੀਨ ਦੀ ਕਹਾਣੀ ਵੰਡ ਨਹੀਂ ਖਤਮ ਹੁੰਦੀ, ਜਿੰਨਾ ਚਿਰ ਇੱਥੇ ਕਿਸਾਨੀ ਦਾ ਕੁੱਲ ਕਰਜ਼ਾ ਖਤਮ ਨਹੀਂ ਹੁੰਦਾ ਹੈਗਾ, ਜਿੰਨਾ ਚਿਰ ਕਾਰਪੋਰੇਟ ਸਿਸਟਮ ਬਾਹਰ ਨਹੀਂ ਜਾਂਦਾ, ਉਹਨਾਂ ਚਿਰ ਕਿਸਾਨੀ ਖੁਸ਼ਹਾਲ ਨਹੀਂ ਹੋ ਸਕਦੀ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਇਹਦੇ ਤੇ ਗੰਭੀਰਤਾ ਨਾਲ ਧਿਆਨ ਦੇਵੇ, ਕਿਉਂਕਿ ਜਿਹੜੇ 17 ਏਕੜ ਤੋਂ ਵੱਧ ਵਾਲੇ ਕਿਸਾਨ ਨੇ, ਮਤਲਬ ਜ਼ਮੀਨਾਂ ਵਾਲੇ ਨੇ, ਉਹ ਸਾਡੇ ਪਿੰਡਾਂ 'ਚ ਨਹੀਂ ਕਿਉਂਦਾ, ਵੱਡੇ ਧਨਾੜ ਨੇ, ਉਹਨਾਂ ਤੇ ਟੈਕਸ ਲਾਵੇ ਸਰਕਾਰ। ਇਹ ਤਾਂ ਹੋਰ ਵੱਡਾ ਬਜਟ ਇਦੋਂ ਵੀ ਮਤਲਬ ਸਰਕਾਰ ਦਾ ਖਜ਼ਾਨਾ ਜਿਹੜਾ ਨੱਕੋ ਨੱਕ ਭਰ ਸਕਦਾ। ਇਸ ਕਰਕੇ ਜੇ ਖੇਤੀ ਦੇ ਵਿੱਚ ਕੋਈ ਨੀਤੀ, ਚੰਗੀ ਨੀਤੀ ਹੋਊਗੀ, ਉਹਦੇ ਨਾਲ ਸਿੱਖਿਆ ਨੀਤੀ ਵੀ ਉਸ ਪ੍ਰਕਾਰ ਦੀ ਹੋਊਗੀ। ਜਣੀ ਜੇ ਸਿੱਖਿਆ ਨੀਤੀ ਉਹਦੇ 'ਚ ਤੁਸੀਂ ਮਤਲਬ ਸਿੱਖਿਆ ਨੀਤੀ 'ਚ ਇਹਨਾਂ ਨੇ 17,000 ਕਰੋੜ ਰੁਪਈਆ ਤੁਸੀਂ ਕਹੇ ਮਤਲਬ ਸਿੱਖਿਆ ਨੀਤੀ 'ਚ ਰੱਖਿਆ ਹੈਗਾ, 125 ਕਰੋੜ ਰੁਪਈਏ 'ਚ ਪਹਿਲਾਂ ਯੂਨੀਵਰਸਿਟੀ ਪਟਿਆਲਾ ਘਾਟੇ 'ਚ। ਇਸ ਕਰਕੇ ਜੇ ਇਹਦੇ ਨਾਲ ਦੀ ਖੇਤੀ ਨੀਤੀ ਦੇ ਨਾਲ ਜੁੜਮੀ ਜਿਹੜੀ ਸਿੱਖਿਆ ਨੀਤੀ ਹੋਊਗੀ, ਉਹਦੇ 'ਚ ਸਾਡੇ ਬੀਆਂ ਦੀਆਂ ਖੋਜਾਂ ਹੋਣਗੀਆਂ, ਸਾਡੇ ਵਿਦਿਆਰਥੀ ਨੇ ਉੱਥੇ ਉਧਰਲੇ ਪਾਸੇ ਨੂੰ ਵਧਣਗੇ। ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ, ਜੇ ਸਰਕਾਰ ਇਸ ਬਾਰੇ ਸੋਚਦੀ ਹੈ ਬਹੁਤ ਚੰਗੀ ਗੱਲ ਹੈਗੀ ਆ, ਪਰ ਇਹ ਜਿਹੜਾ ਕਿਸਾਨੀ ਦੀ ਮੁਕਤੀ ਆ ਉਹ ਤਾਂ ਹੋ ਸਕਦੀ ਆ ਜੇ ਇੱਥੋਂ ਆ ਕੁੱਲ ਸੰਦ ਸਾਧਨਾਂ ਦੀ ਵੰਡ ਕਰਕੇ, ਇੱਥੇ ਜ਼ਮੀਨਾਂ ਦੀ ਕਹਾਣੀ ਵੰਡ ਕਰਕੇ, ਇੱਥੇ ਕਿਸਾਨਾਂ ਦਾ ਕੁੱਲ ਕਰਜ਼ਾ ਖਤਮ ਕਰਕੇ, ਇੱਥੋਂ ਸਾਨੂੰ ਝੋਨੇ 'ਚੋਂ ਬਾਹਰ ਕੱਢੇ ਸਰਕਾਰ। ਜਿਹੜਾ ਸਾਡੇ ਤੇ ਕਹਿੰਦੇ ਨੇ ਵੀ ਤੁਸੀਂ ਤਾਂ ਜੀ ਇਹ ਤਾਂ ਧਰਤੀ ਦਾ ਪਾਣੀ ਡੂੰਘਾ ਕਰਤਾ, ਤੁਸੀਂ ਪ੍ਰਦੂਸ਼ਣ ਫੈਲਾਤਾ, ਇਹ ਪੰਜਾਬ ਦੇ ਕਿਸਾਨਾਂ ਨੇ ਲਿਆਂਦਾ ਝੋਨਾ ਇੱਥੇ। ਇਸ ਕਰਕੇ ਅਸੀਂ ਕਹਿੰਦੇ ਆ ਇੱਥੇ ਨਹਿਰੀ ਪਾਣੀ ਦੇਣ ਦੇ ਲਈ ਵੀ ਹੁਣ ਵਚਨਬੱਧ ਆ। ਉਹ ਕਹਿ ਰਹੇ ਕਿ ਨਹਿਰੀ ਪਾਣੀ ਕਿਸਾਨਾਂ ਨੂੰ 24 ਘੰਟੇ ਮਿਲਿਆ ਕਰੇਗਾ। ਅਸੀਂ ਮਤਲਬ ਅੰਡਰਗਰਾਉਂਡ ਪਾਈਪਲਾਈਨ ਜਿਹੜੀਆਂ ਉਹ ਦੇ ਰਹੇ ਹਾਂ ਕਿਸਾਨਾਂ ਨੂੰ। ਬਹੁਤ ਚੰਗੀ ਗੱਲ ਹੈਗੀ ਆ। ਇਹਦੇ ਤੇ ਅਸੀਂ ਪਿਛਲੇ ਦਿਨਾਂ 'ਚ ਅਸੀਂ ਵੱਡੇ ਮੋਰਚੇ ਵੀ ਲਾਏ ਨੇ ਵੀ ਇੱਥੇ ਕਿੰਨਾ ਪਾਣੀ ਵਾਧੂ ਪਿਆ, ਇੱਥੇ ਸਰਕਾਰ ਫਿਰ ਉਹੋ ਜਿਹਾ ਪ੍ਰਬੰਧ ਕਰਨ ਦੇ ਵਾਸਤੇ ਜਾਵੇ ਵੀ ਇੱਥੇ ਮੀਂਹਾਂ ਦਾ ਪਾਣੀ ਜਿਹੜਾ ਇੱਥੇ ਸਾਰਾ ਇੱਥੇ ਸਾਡੀਆਂ ਫਸਲਾਂ ਮਾਰ ਕੇ ਜਿਹੜਾ ਪਾਕਿਸਤਾਨ ਨੂੰ ਜਾ ਵੜਦਾ, ਜਿਹੜਾ ਸਾਰਾ ਪਾਣੀ ਸਾਡਾ ਪਾਕਿਸਤਾਨ ਨੂੰ ਜਾਈ ਜਾਂਦਾ, ਉਹਦਾ ਰਿਚਾਰਜ ਦਾ ਪ੍ਰਬੰਧ ਕਰੇ, ਇੱਥੇ ਉਹਨੂੰ ਸਾਂਭਣ ਦਾ ਪ੍ਰਬੰਧ ਕਰੇ ਸਰਕਾਰ। ਇਸ ਕਰਕੇ ਜਿੰਨੀ ਦੇਰ ਸਰਕਾਰ ਮੁੱਖ 3 ਗੱਲਾਂ ਜਿਹੜਾ ਭਗਤ ਸਿੰਘ ਕਹਿ ਕੇ ਗਿਆ, ਉਹਨਾਂ 3 ਗੱਲਾਂ ਨੂੰ ਨਹੀਂ ਕਰਦੀ, ਉਨੀ ਦੇਰ ਸਾਡੇ ਕਿਸਾਨਾਂ ਦੀ ਖੁਸ਼ਹਾਲੀ ਨਹੀਂ ਹੋ ਸਕਦੀ। ਇਸ ਕਰਕੇ ਕੇਰਲਾ ਦੀ ਸਰਕਾਰ ਨੇ ਕੁੱਲ MSP ਤੈਅ ਕੀਤੀ ਹੈ 23 ਫਸਲਾਂ ਤੇ, ਪੰਜਾਬ ਸਰਕਾਰ ਕਰ ਸਕਦੀ ਆ। ਇਸ ਕਰਕੇ ਸਾਨੂੰ ਤਾਂ ਆਸ ਆ ਸਰਕਾਰ ਕਰੇ, MSP ਤੈਅ ਕਰੇ ਸਾਰੀਆਂ ਸਰਕਾਰਾਂ। ਸਰਕਾਰ ਤੋਂ ਆਸ ਹੈ। ਕਿਵੇਂ ਦੇਖਦੇ ਹੋ ਜੀ ਬਾਸਮਤੀ ਨੂੰ ਖਰੀਦਣ ਦੇ ਲਈ ਸਰਕਾਰ ਦਮ ਭਰ ਰਹੀ ਹੈ ਕਿ ਅਸੀਂ ਖਰੀਦਾਂਗੇ, ਲੱਗਦਾ ਕਿ ਇਸ ਦੇ ਨਾਲ ਜੇ ਅਗਰ ਖਰੀਦਿਆ ਜਾਊਗਾ ਤਾਂ ਦੂਸਰੇ ਝੋਨੇ ਤੋਂ ਖਹਿੜਾ ਸੁੱਟਿਆ ਜਾਊਗਾ ਜਾਂ ਪਾਣੀ ਦੀ ਬਚਤ ਹੋਏਗੀ? ਦੇਖੋ ਸਰਕਾਰ ਕਹੀ ਤਾਂ ਬਹੁਤ ਕੁਛ ਹੈ, ਪਿੱਛੇ ਵੀ ਕਿਹਾ ਸਰਕਾਰ ਨੇ ਵੀ ਮੂੰਗੀ ਖਰੀਦਾਂਗੇ, ਮੱਕੀ ਖਰੀਦਾਂਗੇ, ਵੱਖ-ਵੱਖ ਫਸਲਾਂ ਖਰੀਦਾਂਗੇ, ਝੋਨੇ ਨੂੰ ਬਾਸਮਤੀ ਨੂੰ ਕਹਿੰਦੀ ਵੀ ਖਰੀਦਾਂਗੇ। ਪਰ ਕਹਿਣੀ ਤੇ ਕਰਨੀ ਦਾ ਬਹੁਤ ਵੱਡਾ ਫਰਕ ਹੈ। ਪੰਜਾਬ ਦੀ ਪਹਿਲੀ ਅਕਾਲੀ ਸਰਕਾਰ ਵੀ ਕਹਿੰਦੀ ਸੀ ਅਸੀਂ ਕੈਲੀਫੋਰਨੀਆ ਬਣਾਵਾਂਗੇ ਪੰਜਾਬ ਨੂੰ, ਬਣਾਤਾ ਜੀ, ਵੱਡੀਆਂ ਸੜਕਾਂ ਪਸਾਰਤੀਆਂ, ਬਹੁਤ ਕੁਝ ਕਰਤਾ। ਪਰ ਸਰਕਾਰ ਜਿਹੀ ਜੀ ਪੱਗ ਬੰਨੀ ਹੈ ਸਰਕਾਰ ਨੇ ਭਗਤ ਸਿੰਘ ਵਾਲੀ, ਅਸੀਂ ਤਾਂ ਕਹਿੰਦੇ ਤੇ ਵੀ ਸਰਕਾਰ ਤੋਂ ਪੂਰਾ ਉਤਰ ਨਹੀਂ ਉਤਰਿਆ ਜਾਣਾ। ਪਰ ਜਿੰਨੀਆਂ ਗੱਲਾਂ ਸਰਕਾਰ ਲੈ ਕੇ ਆਉਂਦੀ ਹੈ, ਰਿਆਂ ਵਧੀਆ ਕਰਦੀ ਹੈ, ਚੰਗੀ ਗੱਲ ਹੈ ਜੇ ਕਰਦੀ ਹੈ। ਬਾਸਮਤੀ ਖਰੀਦੇ, ਦੂਜੀ ਜੀਰੀ ਖਰੀਦੇ, ਪਰ ਅਸੀਂ ਕਹਿੰਦੇ ਵੀ ਇਸ ਚੱਕਰ 'ਚੋਂ ਕੱਢਣ ਦਾ ਤੁਹਾਨੂੰ ਇਲਾਜ ਅਸੀਂ ਲਈ ਵਧੀਆ ਦੱਸਦੇ ਹਾਂ। 23 ਫਸਲਾਂ ਤੇ MSP ਦਿਓ, ਜਿਹੜੀ ਚੀਜ਼ ਦੀ ਸਾਡੀ ਗਰੰਟੀ ਹੋਵੇ ਗਾਹਾਂ ਵਿਕਣ ਦੀ। ਜਿਹੜਾ ਤੁਸੀਂ ਪਾਣੀ ਦਾ ਵੱਡਾ ਰੌਲਾ ਪਾ ਰੱਖਿਆ, ਪਾਣੀ ਪ੍ਰਦੂਸ਼ਣ ਕਰਤਾ ਜੀ, ਪਾਣੀ ਥੱਲੇ ਲੈ ਗਏ, ਕਿਸਾਨ ਦੋਸ਼ੀ ਨੇ, ਖਾਸ ਕਰਕੇ ਪੰਜਾਬ ਦੇ ਵਿੱਚੋਂ ਸੰਗਰੂਰ ਦੇ ਕਿਸਾਨ ਦੋਸ਼ੀ ਨੇ। ਹਾਲਾਂਕਿ ਇਹ ਸ਼ਾਬਾਸ਼ ਤਾਂ ਕਿਸਾਨਾਂ ਨੂੰ ਦੇਤੀ ਸੰਗਰੂਰ ਦਿਆਂ ਨੂੰ, ਇਹ ਨਹੀਂ ਦਿੱਤੀ ਹੈਗੀ ਵੀ ਇਹਨਾਂ ਨੇ ਅਨਾਜ ਕਿੰਨਾ ਪੈਦਾ ਕਰਤਾ, ਦੇਸ਼ ਭੁੱਖਾ ਮਰਦਾ ਕਿੰਨਾ ਬਚਾ ਲਿਆ। ਇਹ ਜਾਂ ਉਲਟਿਆ ਇਹਨਾਂ ਤੇ ਦੂਸ਼ਣ ਲਾਤਾ ਵੀ ਪ੍ਰਦੂਸ਼ਣ ਦੇ ਵੀ ਦੋਸ਼ੀ ਇਹੀ ਨੇ, ਪਾਣੀ ਥੱਲੇ ਲਿਜਾਣ ਦੇ ਵੀ ਦੋਸ਼ੀ ਇਹੀ ਨੇ। ਅਸੀਂ ਤਾਂ ਕਿੱਦੇ ਦੇ ਇਸ ਗੱਲ ਦੇ ਵਿੱਚ ਚਿੰਤਾ 'ਚ ਹਾਂ ਵੀ ਜਦੋਂ ਝੋਨੇ ਦੀ ਪੈਲੀ ਦੀ ਮੌਸਮ ਆਉਂਦੀ ਹੈ, ਝੋਨੇ ਦੀ ਪਨੀਰੀ ਖਣਾਉਂਦੇ ਆ, ਸਾਨੂੰ 100 ਵਾਰੀ ਚਿੰਤਾ ਪੈਦਾ ਹੁੰਦੀ ਹੈ। ਪਾਣੀ ਡੂੰਘਾ ਚਲਿਆ ਗਿਆ, ਮੋਟਰਾਂ ਜਿੱਥੇ 3 ਦੀ ਪਾਣੀ ਕੱਢਦੀ ਸੀ 40 ਪਾਵਰ ਦੀਆਂ ਪਾਉਣੀਆਂ ਪੈ ਗਈਆਂ, ਲੋਡ ਫੀਸ ਨਹੀਂ ਭਰੀ ਜਾਂਦੀ, ਡਿਲੀਵਰੀ ਨਹੀਂ ਪੂਰੀ ਹੁੰਦੀ, ਕੇਬਲਾਂ ਨਹੀਂ ਪੂਰੀਆਂ ਹੁੰਦੀਆਂ। ਇਸ ਕਰਕੇ ਝੋਨੇ ਦੇ ਚੱਕਰ 'ਚੋਂ ਸਰਕਾਰ ਕੱਢੇ ਸਮਾਂ ਕਿਸਾਨਾਂ ਨੂੰ। ਅਸੀਂ ਸਹਿਮਤ ਹਾਂ ਇਸ ਗੱਲ ਤੇ, ਅਸੀਂ ਖਾੜਾ ਦੇ ਕੇ ਆਏ ਹਾਂ, ਸਾਡੀ ਸੂਬਾ ਕਮੇਟੀ ਰਾਇਆਂ ਦੇ ਕੇ ਆਏ ਹਾਂ ਵੀ ਤੁਹਾਨੂੰ ਲੋਕਾਂ ਨੇ ਪੂਰੀ ਜਿੱਤ ਨਾਲ ਜਿੱਤਿਆ, ਤੁਹਾਨੂੰ ਸੱਤਾ ਤੇ ਬਿਠਾਇਆ। 70 ਸਾਲ ਹੋ ਗਏ ਲੋਕਾਂ ਨੂੰ ਜੋਕਾਂ ਲੁੱਟਦੀਆਂ ਰਹੀਆਂ ਨੇ ਹੁਣ ਤੱਕ, ਪਰ ਜੇ ਤੁਸੀਂ ਪੂਰੇ ਉਤਰੋਗੇ, ਅਸੀਂ 21 ਦਿਨ ਮੁੱਖ ਮੰਤਰੀ ਦੀ ਕੋਠੀ ਪੂਰੇ ਬਹਿ ਕੇ ਆ ਗਏ, ਸਾਰੀਆਂ ਗੱਲਾਂ ਮੰਨ ਲਈਆਂ, ਲਾਗੂ ਇੱਕ ਵੀ ਨਹੀਂ ਕੀਤੀ। ਇਸ ਕਰਕੇ ਅਸੀਂ ਅਜੇ ਇਸ ਗੱਲ ਨੂੰ ਐਂ ਲੈਂਦੇ ਆ ਵੀ ਸਰਕਾਰ ਦਾ ਬਜਟ ਦੇ ਵਿੱਚ ਕਿੰਨੇ ਸਹੂਲਤਾਂ ਰੱਖ ਲਈਆਂ, ਕਿੰਨੀਆਂ ਕਿਸਾਨੀ ਵਾਸਤੇ ਰੱਖ ਲਈਆਂ, ਕਿੰਨੀ ਖੇਤੀਬਾੜੀ ਵਾਸਤੇ ਰੱਖ ਲਈਆਂ। ਕਹਿਣ ਦਾ ਭਾਵ ਆ ਕਿ ਜਿਹੜੀਆਂ ਸਹੂਲਤਾਂ ਹੁਣ ਗੱਲ ਹੋ ਰਹੀ ਆ, ਜਦੋਂ ਜ਼ਮੀਨੀ ਪੱਧਰ ਤੇ ਲਾਗੂ ਹੋਣਗੀਆਂ ਉਦੋਂ ਗੱਲ ਹੋਏਗੀ। ਹਾਂ, ਕਲੀਅਰ ਤਾਂ ਉਦੋਂ ਹੋਊਗੀ ਕਿ ਨਾ। ਹੁਣ ਜੱਟ ਕਹਿੰਦਾ ਪੂਰਾ ਤੋਲ,
ਲਾਲਾ ਕਹਿੰਦਾ ਹੱਟ ਤੇਰਾ ਚੜ, ਜਦੋਂ ਪੂਰਾ ਤੋਲਣਗੇ ਉਦੋਂ ਪਤਾ ਲੱਗੂ ਨਾ, ਉਦੋਂ ਪਹਿਲਾਂ ਹੀ ਕਿਵੇਂ ਦੇਖਦੇ ਹੋਗੇ ਚੀਜ਼ਾਂ, ਕੁਝ ਚੀਜ਼ਾਂ ਜਿਹੜੀਆਂ ਜੇ ਅਗਰ ਪੋਜ਼ਿਟਿਵ ਵੀ ਦੇਖਣਾ ਹੋਵੇ ਤਾਂ ਸਰਕਾਰ ਦੇ ਤੁਹਾਨੂੰ ਲੱਗਦਾ ਕਿ ਕੁਝ ਹੋਇਆ? ਮੂੰਗੀ ਸਰਕਾਰ ਕਹਿ ਰਹੀ ਅਸੀਂ ਖਰੀਦੀ ਆ ਪਰ 125 ਕਰੋੜ ਰੁਪਇਆ ਹੋਰ ਰੱਖਿਆ ਗਿਆ ਦੁਬਾਰੇ ਤੋਂ ਖਰੀਦਣ ਲਈ, ਜਾਂ ਬਾਸਮਤੀ ਦੀ ਗੱਲ ਹੋ ਰਹੀ ਆ, ਜਾਂ ਫਿਰ ਉਹ ਕਹਿ ਰਹੇ ਨੇ ਕਿ ਇੱਕ ਅੰਮ੍ਰਿਤਸਰ ਜਿਹੜੀ ਯੂਨੀਵਰਸਿਟੀ ਆ ਉਹ ਸੇਬ ਦੀ ਇੱਕ ਖਾਸ ਕਿਸਮ ਦੇ ਉੱਪਰ ਜਿਹੜਾ ਉਹਦਾ ਬੀਜ ਤਿਆਰ ਕਰਾਏਗਾ ਕਿ ਪੰਜਾਬ ਦੇ ਅਨੁਕੂਲ, ਪੰਜਾਬ ਦੇ ਹਿਸਾਬ ਦੇ ਨਾਲ ਸੇਬ ਤਿਆਰ ਹੋਏਗਾ, ਅਸੀਂ ਇਹ ਚੀਜ਼ਾਂ ਨੂੰ ਅੱਗੇ ਲੈ ਕੇ ਆਵਾਂਗੇ। ਦੇਖੋ ਯੂਨੀਵਰਸਿਟੀਆਂ ਪੰਜਾਬ ਦੀਆਂ ਬਿਲਕੁਲ ਉੱਜੜ ਚੁੱਕੀਆਂ ਨੇ। ਇਹਦੇ ਲਈ ਬਹੁਤ ਵੱਡੇ ਪੱਧਰ ਤੇ ਜੰਗ ਲੜਨ ਦੀ ਲੋੜ ਆ ਸਰਕਾਰ ਨੂੰ। ਜੇ ਸਰਕਾਰ ਨੇ ਬਜਟ ਪੇਸ਼ ਕੀਤਾ ਹੈ, ਅਸੀਂ ਉਹਦੀ ਸਰਾਹਨਾ ਕਰਦੇ ਹਾਂ ਵੀ ਹਾਂ ਉਹਨੂੰ ਚੰਗੀ ਤਰ੍ਹਾਂ ਲਾਗੂ ਹੋਵੇ ਜ਼ਮੀਨ ਪੱਧਰ ਤੇ, ਚੰਗੀ ਗੱਲ ਹੈ। ਪਰ ਜਿੱਥੇ ਗੱਲਾਂ ਇਹ ਖੜੀਆਂ ਨੇ ਵੀ ਇਹਨਾਂ ਨੇ ਦੁੱਧ ਡੈਰੀ ਵਾਸਤੇ ਬਹੁਤ ਵੱਡੇ ਪੱਧਰ ਤੇ ਅਸੀਂ ਕਹਿੰਦੇ ਵੀ ਬਜਟ ਰੱਖਿਆ ਹੈ, ਪਰ ਉਹਦੇ ਨਾਲ ਇੱਕ ਬਹੁਤ ਵੱਡੀ ਜੁਰਮੀ ਗੱਲ ਹੈ, ਜਿਹੜਾ ਡੁਪਲੀਕੇਟ ਦੁੱਧ ਬਣਦਾ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਬਣਦਾ। ਸਾਰੇ ਪੰਜਾਬ ਨੂੰ ਨਹੀਂ, ਸਾਰੇ ਭਾਰਤ ਨੂੰ ਪਤਾ ਹੈ ਵੀ ਇੱਥੇ ਕਿੰਨਾ ਡੁਪਲੀਕੇਟ ਦੁੱਧ ਤਿਆਰ ਹੁੰਦਾ। 70% ਦੁੱਧ ਤਿਆਰ ਹੁੰਦਾ। ਉਹਦੇ ਬਜਟ ਨੂੰ ਅਸੀਂ ਕੀ ਕਰਾਂਗੇ ਜੇ ਭਲਾਂ ਦੀ ਉਹ ਗੱਲਾਂ ਲਾਗੂ ਹੁੰਦੀਆਂ ਹੋ ਗਈਆਂ। ਸਰਕਾਰ ਨੂੰ ਉਧਰ ਵੀ ਪੂਰਨ ਤੌਰ ਤੇ ਧਿਆਨ ਦੇਣਾ ਪਊਗਾ। ਉਹਨੂੰ ਪੂਰਨ ਤੌਰ ਤੇ ਬੰਦ ਕਰਕੇ ਡੁਪਲੀਕੇਟ ਦੁੱਧ ਵਾਸਤੇ ਤੇ ਪੂਰਨ ਤੌਰ ਤੇ ਐਸਾ ਕਾਨੂੰਨ ਬਣੇ ਜਿਹੜਾ ਤੁਰਤ 10 ਦਿਨਾਂ ਦੇ ਅੰਦਰ 15 ਦਿਨਾਂ ਦੇ ਅੰਦਰ ਟ੍ਰਾਇਲ ਕਰਕੇ ਬੰਦੇ ਨੂੰ ਫਾਂਸੀ ਚਾੜ ਦੇਣਾ ਚਾਹੀਦਾ। ਇਹੋ ਜਿਹੇ ਕਾਨੂੰਨ ਬਣਨੇ ਚਾਹੀਦੇ ਨੇ। ਬਜਟ ਹੈ ਜਿਹੜਾ ਆਏ ਸਾਲ ਸਰਕਾਰਾਂ ਸੈਂਟਰ ਤੋਂ ਲੈ ਕੇ ਉਰੇ ਤੱਕ ਪੇਸ਼ ਕਰਦੀਆਂ ਨੇ, ਪਰ ਉਹਨੂੰ ਲਾਉਂਦੀਆਂ ਕਿੱਥੇ ਨੇ? ਸਵਾਲ ਇਹਦਾ ਹੈ। ਫਸਲ ਬੀਮਾ ਯੋਜਨਾ ਦੀ ਗੱਲ ਹੋ ਰਹੀ ਹੈ, ਉਹ ਕਹਿ ਰਹੇ ਨੇ ਕਿ ਫਸਲ ਬੀਮਾ ਯੋਜਨਾ ਸ਼ੁਰੂ ਕਰਾਂਗੇ, ਜਿਹੜੀ ਕਿ ਪਹਿਲਾਂ ਪੰਜਾਬ ਦੇ ਵਿੱਚ ਨਹੀਂ ਹੈਗੀ, ਕਿ ਫਸਲ ਦਾ ਬੀਮਾ ਹੋਏਗਾ, ਅਗਰ ਨੁਕਸਾਨ ਹੁੰਦਾ ਤਾਂ ਭਰਪਾਈ ਉਹ ਬੀਮਾ ਕੰਪਨੀ ਕਰੇਗੀ। ਬਹੁਤ ਚੰਗੀ ਗੱਲ ਹੈ, ਪਰ ਹਰਿਆਣੇ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਕੰਪਨੀਆਂ ਨੇ ਬੀਮੇ ਕਰੇ ਤੇ ਉਹਦੇ ਲਈ ਕੰਪਨੀਆਂ ਬਾਅਦ ਚ ਭੱਜੀਆਂ ਨੇ, ਇੱਕ ਧੇਲਾ ਨਹੀਂ ਕਿਸੇ ਨੂੰ ਮਿਲਿਆ। ਜ਼ਮੀਨ ਪੱਧਰ ਤੇ ਕੀ ਹੋਊਗਾ? ਗੱਲ ਲਾਗੂ ਹੁੰਦੀ ਹੈ। ਜੇ ਤਾਂ ਗੱਲ ਲਾਗੂ ਹੁੰਦੀ ਹੈ ਬਹੁਤ ਚੰਗੀ ਗੱਲ ਹੈ। ਜੇ ਬੀਮਾ ਹੁੰਦਾ ਹੈ, ਅਸੀਂ ਵੀ ਮਤਲਬ ਉਹ ਚ ਪਾਇਆ ਵੀ ਘੱਟੋ ਘੱਟ ਜਿਹੜੀ ਫਸਲ ਹੈ ਕਿਸਾਨ ਦੀ ਬਹੁਤ ਵੱਡੇ ਪੱਧਰ ਤੇ ਖਰਚੇ ਨਾਲ ਹੁੰਦੀ ਹੈ, ਇਹਦੇ ਲਈ ਬੀਮਾ ਜ਼ਰੂਰੀ ਹੈ। ਉਹ ਜੇ ਅਗਰ ਕਿ ਬੀਮਾ ਕੰਪਨੀ ਅੱਗੇ ਆਉਂਦੀ ਹੈ, ਤੁਹਾਨੂੰ ਲੱਗਦਾ ਕਿ ਨੁਕਸਾਨ ਜ਼ਿਆਦਾ ਹੁੰਦਾ ਜਦੋਂ ਪੈਸਾ ਦੇਣ ਦੀ ਵਾਰੀ ਆਉਂਦੀ ਹੈ, ਭਰਪਾਈ ਕਰਨ ਦੀ, ਤਾਂ ਕੰਪਨੀ ਭੱਜ ਜਾਂਦੀ ਹੈ? ਕੰਪਨੀਆਂ ਭੱਜਦੀਆਂ ਨੇ, ਉਹਨਾਂ ਤੇ ਸਰਕਾਰ ਨੱਥ ਨਹੀਂ ਪਾਉਂਦੀਆਂ, ਕਿਉਂ? ਕੰਪਨੀਆਂ ਲੁੱਟਦੀਆਂ ਨੇ। ਇੱਕ ਪਾਸੇ ਬਜਟ ਪੇਸ਼ ਕਰਕੇ ਕਿਸਾਨਾਂ ਨੂੰ ਇਹ ਦਿਖਾਇਆ ਜਾਂਦਾ ਵੀ ਤੁਹਾਡਾ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਊਗਾ, ਇੱਕ ਪਾਸੇ ਸਾਨੂੰ ਕੀੜਨਾਸ਼ਕ ਦਵਾਈਆਂ ਨਾਲ, ਉਧਰਲੇ ਪੱਧਰ ਤੋਂ ਮਸ਼ੀਨਰੀ ਨਾਲ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦੀ ਲੁੱਟ ਹੈ। ਕੀੜਨਾਸ਼ਕ ਦਵਾਈਆਂ ਨੇ ਜਿਹੜੀਆਂ, ਇਹਨਾਂ ਦੇ ਉੱਤੇ ਵੀ ਕੋਈ ਕੰਟਰੋਲ ਹੋਣਾ ਚਾਹੀਦਾ ਹੈ। ਇੱਕ ਐਤਕੀ ਗੁੱਲੀ ਡੰਡੀ ਨਹੀਂ ਮਰਿਆ, ਪਿੱਛੇ ਕੀੜੇ ਹੀ ਨਹੀਂ ਮਰਿਆ, 5 ਸਪਰੇਆਂ ਕਰਨੀਆਂ ਪੈ ਗਈਆਂ। ਫਿਰ ਅਸੀਂ ਉਹ ਸਬਸਿਡੀਆਂ ਨੂੰ ਕੀ ਕਰਾਂਗੇ ਜਿਹੜੀਆਂ ਉਹ ਸਾਨੂੰ ਕਿਸੇ ਰੂਪ 'ਚ ਮਿਲਦੀਆਂ ਨੇ? ਹੁਣ ਜਿਹੜਾ ਤੁਹਾਡੀ ਜਥੇਬੰਦੀ ਵੱਲੋਂ ਵੀ ਤੁਸੀਂ ਵੱਖ-ਵੱਖ ਸਮੇਂ ਮੀਟਿੰਗਾਂ ਸਰਕਾਰ ਦੇ ਨਾਲ ਹੁੰਦੀਆਂ ਰਹੀਆਂ ਨੇ, ਮੁੱਖ ਮੰਤਰੀ ਪੰਜਾਬ ਦੇ ਨਾਲ ਹੋਈਆਂ ਨੇ, ਕਿਉਂਕਿ ਕਾਫੀ ਸੁਝਾਅ ਤੁਸੀਂ ਵੀ ਦਿੱਤੇ ਹੋਣਗੇ। ਤੁਹਾਨੂੰ ਲੱਗਦਾ ਕਿ ਕੁਝ ਉਹਨਾਂ ਦੇ ਵਿੱਚੋਂ ਕੁਝ ਮਤਲਬ ਗਰਾਊਂਡ ਦੇ ਉੱਪਰ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਸਰਕਾਰ? ਜਿਵੇਂ ਕਿ ਤੁਸੀਂ ਭਾਵੇਂ MSP ਦੀ ਗੱਲ ਹੋਵੇ, ਭਾਵੇਂ ਬਾਸਮਤੀ ਖਰੀਦਣ ਦੀ ਗੱਲ ਹੋਵੇ। ਜਿਵੇਂ ਅਸੀਂ ਪਿਛਲੇ ਦਿਨੀ ਮੀਟਿੰਗ ਹੋਈ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬੇ ਦੇ ਲੀਡਰ ਗਏ ਹੈ। ਸਰਕਾਰ ਨੇ ਇੱਕ ਅੱਡ ਖਰੜਾ ਤਿਆਰ ਕੀਤਾ ਹੈ ਵੀ ਜਿਹੜੀ ਖੇਤੀ ਪੰਜਾਬ ਦੇ ਵਿੱਚ ਕਿਸ ਢੰਗ ਨਾਲ ਹੋਵੇ, ਉਹਨੂੰ ਕਿਵੇਂ ਕੀਤਾ ਜਾਵੇ। ਉਹ ਪਰ ਸਾਡੇ ਉਲਟਾ ਜਿਹੜਾ ਖਰੜਾ ਅਸੀਂ ਤਿਆਰ ਕਰਕੇ ਦਿੱਤਾ ਵੀ ਖੇਤੀ ਦੇ ਵਿੱਚ ਲਿਆਂਦਾ ਕੀ ਜਾਵੇ। ਜੇ ਉਰੇ ਪਾਣੀ ਦੀ ਬਹੁਤ ਵੱਡੀ ਗੱਲ ਹੈ ਤਾਂ ਫਿਰ ਜੀਰੀ ਤੋਂ ਖੜਾ ਛੁੱਟਣਾ ਚਾਹੀਦਾ। ਫਿਰ ਹੋਰ ਬਹੁਤ ਫਸਲਾਂ ਨੇ ਜਿਹੜੀਆਂ ਸਰਕਾਰ ਇਕੱਲੀ ਮੂੰਗੀ ਦੀ MSP ਦੀ ਗੱਲ ਨਾ ਸਰਕਾਰ ਕਰੇ ਵੀ ਅਸੀਂ ਮੂੰਗੀ ਖਰੀਦਾਂਗੇ। ਮੂੰਗੀ ਨੇ ਤਾਂ ਬਹੁਤ ਵੱਡਾ ਨੁਕਸਾਨ ਕੀਤਾ ਹੈ ਕਿਸਾਨਾਂ ਦਾ ਪਿਛਲੇ ਪਾਸੇ। ਇਹ 'ਚ ਮੱਕੀ ਵੀ ਲਿਆਂਦੀ ਜਾ ਸਕਦੀ ਹੈ। ਮੱਕੀ ਦੇ ਵਿੱਚੋਂ ਹਜ਼ਾਰੇ ਚੀਜ਼ਾਂ ਬਣਦੀਆਂ ਨੇ। ਫਿਰ ਸਾਨੂੰ ਜੀਰੀ ਲਾਉਣ ਦੀ ਲੋੜ ਨਹੀਂ, ਫਿਰ ਸਾਨੂੰ ਉਸ ਤਰ੍ਹਾਂ ਪਾਣੀ ਵਰਤਾਉਣ ਦੀ ਲੋੜ ਨਹੀਂ, ਫਿਰ ਸਾਨੂੰ ਬਾਹਲੀਆਂ ਵੱਡੀਆਂ ਮੋਟਰਾਂ ਦੀ ਲੋੜ ਨਹੀਂ। ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੋਚਣਾ ਪੈਣਾ ਸਰਕਾਰ ਨੂੰ, ਜ਼ਮੀਨੀ ਪੱਧਰ ਤੇ ਜਦੋਂ ਲਾਗੂ ਹੋਊਗਾ। ਪਰ ਜਿਹੜੀਆਂ ਗੱਲਾਂ ਅਸੀਂ ਸਾਲ ਭਰ ਤੋਂ ਭਗਵੰਤ ਮਾਨ ਦੀਆਂ ਸੁਣਦੇ ਹਾਂ, ਜਿਹੜੀਆਂ ਅੱਗੇ ਅਸੀਂ ਲੀਡਰਾਂ ਤੋਂ ਸੁਣਦੇ ਆ ਰਹੇ ਹਾਂ, ਉਹੀ ਸਾਨੂੰ ਲੱਗ ਰਹੀਆਂ ਨੇ। ਇਸ ਕਰਕੇ ਭਰੋਸਾ ਬਣਾਉਣਾ ਪਊਗਾ, ਸਰਕਾਰ ਲਾਗੂ ਕਰੇ, ਉਹਨੂੰ ਅਸੀਂ ਜੀ ਆਇਆ ਕਰੇ। ਬਜਟ ਕਿੰਨੇ % ਸਹੀ ਮੰਨਦੇ ਹੋ ਤੁਹਾਨੂੰ? ਜਿਹੜਾ 13,888 ਕਰੋੜ ਦਾ ਬਜਟ ਰੱਖਿਆ ਗਿਆ, ਕਿੰਨਾ ਕੁ ਲੱਗਦਾ ਕਿ ਤੁਹਾਨੂੰ, ਜਾਂ ਕਿੰਨੇ ਕੁ % ਲੱਗਦਾ ਕਿ ਕਿਸਾਨ ਪੱਖੀ ਹੈ? ਦੇਖੋ, ਕਿਸਾਨ ਜਿੰਨਾ 70 ਸਾਲਾਂ ਦੇ ਵਿੱਚ ਲੁੱਟ ਲਿਆ ਕੁੱਟ ਲਿਆ, ਜਿੰਨਾ ਥੱਲੇ ਨੂੰ ਲਿਆਂਦਾ ਕਿਸਾਨ, ਉਹਦੇ ਵਾਸਤੇ ਬਹੁਤ ਅੰਕੂਣਾ ਬਜਟ ਹੈ ਇਹ। ਕੁਛ ਨਹੀਂ ਕਰਨਾ ਇਹਨੇ। ਵੈਸੇ ਜਿੰਨਾ ਵੀ ਕੀਤਾ ਸਰਕਾਰ ਨੇ, ਜਦੋਂ ਕਿਤੇ ਪਿੰਡ ਦੇ ਕਲਾ ਉਹਦੇ ਵਿੱਚ ਆਊਗੀ, ਸੱਥ ਦੇ ਵਿੱਚ ਲੈ ਕੇ ਆਊਗੀ, ਲਾਗੂ ਕਰੂਗੀ, ਕਿੰਨਾ ਕੁ ਵਿਚਰੂਗੀ। ਜਿਵੇਂ ਮੂੰਗੀ ਵਾਲੀ ਗੱਲ ਤੁਸੀਂ ਕਰਕੇ ਹਟੇ ਹੋ, ਮੂੰਗੀ ਦੇ ਪਿੱਛੇ ਠੇਡੇ ਵੱਜਦੇ ਦੇਖੇ ਅਸੀਂ ਮੰਡੀਆਂ ਦੇ ਵਿੱਚ। 10% ਮੂੰਗੀ ਨਹੀਂ ਖਰੀਦੀ ਇਹਨਾਂ ਨੇ। ਇਸ ਕਰਕੇ ਆਈ ਹੈ ਸਾਰੀਆਂ ਫਸਲਾਂ ਤੇ। ਜੇ ਮੱਕੀ ਹੈ, ਹੁਣ ਮੱਕੀ ਰੁਲਦੀ ਫਰੀ ਹੈ, ਪਿੱਛੇ ਠੇਡੇ ਮਾਰੇ ਨੇ ਮੰਡੀਆਂ ਦੇ ਵਿੱਚ। ਇਸ ਕਰਕੇ ਜਿਹੜੇ ਬਜਟ ਨੇ, ਜਦੋਂ ਸਰਕਾਰ ਪੂਰਾ ਲਾਗੂ ਕਰੂਗੀ, ਜਿੰਨੀ ਕਿਸਾਨੀ ਇਹਨਾਂ ਨੇ 70 ਸਾਲਾਂ ਦੇ ਵਿੱਚ ਦੂਜੀਆਂ ਪਾਰਟੀਆਂ ਨੇ ਸਾਰੀਆਂ ਨੇ ਥੱਲੇ ਲਿਆਂਦੀ ਹੈ, ਉਨੀ ਸਰਕਾਰ ਕਿਸਾਨਾਂ ਵਾਸਤੇ ਬਹੁਤ ਥੋੜਾ ਹੈ ਇਹ। ਅਜੇ ਇਹਦੇ ਉੱਤੇ ਪੂਰਾ ਧਿਆਨ ਦੇਵੇ ਸਰਕਾਰ, ਕੇਂਦਰ ਦੀ ਹੈ ਚਾਹੇ ਪੰਜਾਬ ਦੀ ਹੈ। ਕਿਸਾਨ ਨੂੰ ਬਚਾਉਣਾ ਜ਼ਰੂਰੀ ਹੈ। ਅਸੀਂ ਜਿੱਥੇ ਸਰਕਾਰ ਚੰਗਾ ਕਹੂਗੀ ਚੰਗਾ ਕਹਾਂਗੇ ਸਰਕਾਰ ਨੂੰ।
ਅਗਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਡਿਸਟ੍ਰਿਕਟ ਹੈ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਆਪਣਾ ਇਲਾਕਾ, ਤੁਸੀਂ ਉਸ ਦੇ ਨੇੜੇ ਦੇ ਇਲਾਕੇ ਦੇ ਰਹਿਣ ਵਾਲੇ ਕਿਸਾਨ ਹੋਗੇ, ਕਿ ਤੁਹਾਨੂੰ ਕੀ ਲੱਗਦਾ ਕਿਹੜੀਆਂ ਵੱਡੀਆਂ ਚੀਜ਼ਾਂ ਨੇ ਜਿਹੜਾ ਕਿਹੜੀ ਵੱਡੀ ਇੱਥੇ ਖੇਤੀ ਸੰਕਟ ਆ ਜਿਹੜਾ ਇਸ ਸੰਗਰੂਰ ਦੇ ਵਿੱਚ ਦੇਖਿਆ ਜਾਵੇ, ਜਾਂ ਸੰਗਰੂਰ ਮਾਨਸਾ ਜਿਹੜੇ ਇਹ ਚੀਜ਼ਾਂ ਨੇ ਆਪਣੇ ਗਵਾਂਢੀ ਜਿਹੜੇ ਜ਼ਿਲ੍ਹੇ ਨੇ? ਜਿਹੜਾ ਪੰਜਾਬ ਦੀ ਸਰਕਾਰ ਕਹਿ ਰਹੀ ਹੈ, ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਪਿਛਲੇ ਦਿਨਾਂ 'ਚ ਵੀ ਅਸੀਂ 31 ਮਾਰਚ ਨੂੰ ਜਿਹੜੇ ਖੇਤੀ ਲਈ ਜਿਹੜਾ ਇੱਕ ਨਵਾਂ ਨੀਤੀ ਲੈ ਕੇ ਆ ਰਹੇ ਹਾਂ, ਖੇਤੀ ਨੀਤੀ ਬਣਾਉਣ ਜਾ ਰਹੇ ਹਾਂ। ਅਸੀਂ ਜਿਹੜਾ ਖਾੜਾ ਸਾਡੀ ਜਥੇਬੰਦੀ ਵੱਲੋਂ ਪਿਛਲੀਆਂ ਸਰਕਾਰਾਂ ਨੂੰ ਵੀ ਇਹਨੂੰ ਵੀ ਦਿੱਤਾ ਹੈ ਵੀ ਆਹ ਕਿਸਾਨਾਂ ਲਈ ਜੇ ਤੁਸੀਂ ਸੱਚਮੁੱਚ ਕਰਨਾ ਚਾਹੁੰਦੇ ਹੋ ਕੁਝ ਤਾਂ ਕਿਸਾਨਾਂ ਦੇ ਲਈ ਆਹ ਗੱਲਾਂ ਨੇ ਜਿਹੜੀਆਂ ਮੇਣਾ ਰੱਖਦੀਆਂ ਨੇ। ਜਿਵੇਂ ਹੁਣ ਕਾਣੀ ਵੰਡ ਦੀ ਗੱਲ ਆਉਂਦੀ ਹੈ, ਕਿਸਾਨਾਂ ਲਈ ਹਜੇ ਬਹੁਤ ਵੱਡੀ ਪੱਧਰ ਤੇ ਕਾਣੀ ਵੰਡ ਦਾ ਰੌਲਾ ਪਿਆ ਹੋਇਆ। 17 ਏਕੜ ਵਾਲਾ ਕਾਨੂੰਨ ਇਹਨਾਂ ਨੇ ਲਾਗੂ ਨਹੀਂ ਕੀਤਾ। ਦੂਜੇ ਪਾਸੇ ਆਪਣੇ ਨਾਲ ਹੀ ਇਹਦੇ ਲੱਗਦੀ ਜਿਵੇਂ ਪਾਣੀ ਦੀ ਗੱਲ ਇਹ ਕਰਦੇ ਆ ਵੀ ਧਰਤੀ ਹੇਠਲਾ ਪਾਣੀ ਹੈ ਜਿਹੜਾ ਕਿਸਾਨਾਂ ਨੇ ਡੂੰਘਾ ਕਰਤਾ। ਕਿਸਾਨਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਇਹ ਵਿਤਕਰੇ ਹੁੰਦੇ ਆ ਰਹੇ ਆ ਵੀ ਕਿਸਾਨਾਂ ਦੇ ਸਿਰ ਹੀ ਮੜਿਆ ਜਾਂਦਾ, ਕਿਉਂਕਿ ਕਿਸਾਨਾਂ ਨੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਢਿੱਡ ਭਰਿਆ, ਲੋਕਾਂ ਦਾ ਢਿੱਡ ਭਰਿਆ। ਅਸੀਂ ਤਾਂ ਚਾਹੁੰਦੇ ਆ ਵੀ ਯਾਰ ਸਾਨੂੰ ਆ ਜਿਹੜੀ ਫਸਲ ਹੈ, ਅਸੀਂ ਤਾਂ ਝੋਨਾ ਲਾਉਣੀ ਨਹੀਂ ਚਾਹੁੰਦੇ ਵੀ ਸਾਨੂੰ ਜਿਹੜੀਆਂ ਦੂਜੀਆਂ ਫਸਲਾਂ ਨੇ 23 ਫਸਲਾਂ ਨੇ ਉਹਨਾਂ ਤੇ MSP ਦੀ ਗਾਰੰਟੀ ਕਰਦੇ ਸਰਕਾਰ। ਅਸੀਂ ਉਹ ਗਾਰੰਟੀ ਦੇ ਨਾਲ ਅਸੀਂ ਜਿਹੜਾ ਕਿਸਾਨ ਨੂੰ ਚੰਗਾ ਲੱਗੂ ਗੰਨਾ ਬੀਜ ਲੇ, ਕਪਾਹ ਬੀਜ ਲੇ, ਨਰਮਾ ਬੀਜ ਲੇ, ਕਿੰਨੀਆਂ ਮਿਰਚਾਂ ਬੀਜ ਲੇ, ਕਿੰਨੀਆਂ ਫਸਲਾਂ। ਗੰਨਾ ਬੀਜਦਾ ਕਿਸਾਨ ਤਾਂ ਗੰਨਾ ਕਿਸਾਨ ਵੀ ਪਰੇਸ਼ਾਨ ਹੋ ਰਿਹਾ ਹੈਗਾ, ਉਹਨਾਂ ਨੂੰ ਪੇਮੈਂਟ ਨਹੀਂ ਮਿਲ ਰਹੀ ਜਾਂ ਨਿੱਜੀ ਮਿਲਣੇ ਆ ਜਿਹੜੇ ਉਹ ਨਹੀਂ ਦਿੰਦੇ। ਰੌਲਾ ਫਿਰ ਉਸੇ ਆ ਨਾ, ਰੌਲਾ ਉਸੇ ਗੱਲ ਦਾ ਹੈ। ਜੇ ਹੁਣ ਕਿਸਾਨਾਂ ਨੂੰ ਗੰਨਾ ਮਿਲ ਦੇ ਪਿਛਲੀਆਂ ਪੇਮੈਂਟਾਂ ਖੜੀਆਂ ਨੇ, ਕਿਸਾਨ ਅਗਲੀ ਵਾਰ ਨੱਕ ਮੁੜ ਜਾਂਦਾ। ਹੁਣ ਆਲੂ ਹੀ ਲਾ ਲਓ, ਆਲੂ ਐਤਕੀ ਕਿੰਨਾ ਡਾਊਨ ਗਿਆ ਆਲੂ ਦਾ ਰੇਟ, ਕਿਸਾਨਾਂ ਨੂੰ ਮਨ ਕਰੇ ਇੰਨਾ ਆਲੂ ਪੈਦਾ ਹੋ ਜੇ, ਆਲੂ ਸੜਕਾਂ 'ਤੇ ਡੇਗਣਾ ਪੈ ਉਹਦਾ ਰੇਟ ਨਹੀਂ ਮਿਲਦਾ। ਰੌਲਾ ਇਸੇ ਗੱਲ ਦੀ ਆ ਨਾ। ਜੇ MSP ਦੀ ਗੱਲ ਕਰਦੇ ਆ ਨਾ ਤਾਂ ਦੇਵੇ। ਪਿਛਲੀ ਵਾਰ ਇਸੇ ਸਰਕਾਰ ਨੇ ਕਿਹਾ ਸੀ ਵੀ ਮੂੰਗੀ ਤੇ MSP ਦੇਵਾਂਗੇ, ਅਜੇ ਤੱਕ ਧੇਲਾ ਨਹੀਂ ਕਿਸਾਨਾਂ ਨੂੰ ਮਿਲਿਆ। ਮੱਕੀ ਤੇ ਕਿਹਾ, ਮੱਕੀ ਦੇ ਧੇਲਾ ਨਹੀਂ ਮਿਲਿਆ। ਇਸ ਕਰਕੇ ਤਾਂ ਦਮ ਭਰ ਰਹੀ ਹੈ ਕਿ ਦਿੱਤਾ ਹੈਗਾ, ਜਿਹੜਾ ਲਾਸ ਵੀ ਗਿਆ, ਜੇ ਘੱਟ ਵੀ ਖਰੀਦੀ ਕਿਸੇ ਕਿਸਾਨ ਦੀ ਤਾਂ ਬਾਅਦ ਵਿੱਚ ਮੁਆਵਜ਼ੇ ਤੌਰ ਤੇ ਨਹੀਂ ਮਿਲਿਆ। ਮੈਂ ਅਸਲ ਜੇ ਜ਼ਮੀਨੀ ਹਕੀਕਤ ਦੇਖੀ ਜਾਵੇ, ਕਿਸਾਨਾਂ ਨੂੰ ਹੇਠਾਂ ਆ ਕੇ ਪੁੱਛੋ। ਅਸੀਂ ਆ ਸੁਨਾਮ ਦੀ ਮੰਡੀ 'ਚ ਪਤਾ ਕੀਤਾ, ਕਿਸਾਨ ਸਾਡੇ ਕੋਲ ਬਿਲ ਕੇ ਆ। ਕਿਸਾਨਾਂ ਨੇ ਵੱਡੇ ਪੱਧਰ ਤੇ ਆਪਣੀ ਜਿਹੜੀ ਉਸ ਟਾਈਮ ਮੱਕੀ ਵੀ ਬੀਜੀ ਹੈ, ਕਿਸਾਨਾਂ ਨੇ ਉਦੋਂ ਉਸ ਟਾਈਮ ਮੂੰਗੀ ਵੀ ਬੀਜੀ ਹੈ, ਪਰ ਉਹਨਾਂ ਨੂੰ ਨਹੀਂ ਮਿਲੀ ਉਹ ਰੇਟ ਮਿਲਿਆ ਤਾਂ ਉਹ ਅਗਲੀ ਵਾਰ ਉਹ ਕਿਸਾਨ ਨੱਕ ਮੋੜ ਜਾਂਦਾ, ਕਿਉਂਕਿ ਖਰਚੇ ਜ਼ਿਆਦੇ ਹੁੰਦੇ ਆ, ਆਮਦਨ ਉਨੀ ਕਿਸਾਨ ਦੀ ਪੂਰੀ ਨਹੀਂ ਹੁੰਦੀ। ਜੇ ਕਿਸਾਨਾਂ ਨੇ ਸੱਚਮੁੱਚ ਕਿਸਾਨਾਂ ਦੀ ਬਾਂਹ ਫੜਨੀ ਹੈ, ਉਹਨਾਂ ਦੀ ਪੂਰਤੀ ਲਈ ਜੇ ਬਜਟ ਰੱਖਿਆ, ਉਹਨੂੰ ਜ਼ਮੀਨੀ ਹਕੀਕਤ ਉਹਨੂੰ ਲਾਗੂ ਕੀਤਾ ਜਾਵੇ। ਕਿਸਾਨਾਂ ਲਈ ਵੱਧ ਤੋਂ ਵੱਧ ਜਿਹੜਾ ਪੈਸਾ ਕਿ ਮੁੱਖ ਮੰਤਰੀ ਕਹਿ ਰਹੇ ਨੇ ਕਿ ਹਜੇ ਦੂਜਾ ਪਹਿਲਾ ਸਾਲ ਹੈਗਾ, ਦੂਜੇ ਸਾਲ ਦੇ ਵਿੱਚ ਜਦੋਂ ਦੂਜੇ ਗੇਅਰ 'ਚ ਗੱਡੀ ਪੈ ਜੂਗੀ ਤਾਂ ਹੋਰ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ। ਲੱਗਦਾ ਕਿ ਹਜੇ ਜਿਹੜੇ 4 ਸਾਲ ਪਏ ਨੇ ਉਦੋਂ ਬਾਅਦ ਨੰਬਰ ਦੇਣੇ ਵਾਜਬ ਹੁੰਦੇ। ਅਸਲ ਪਤਾ ਕੀ ਇਸ ਉਮੀਦਾਂ ਨਾਲ ਤਾਂ ਲੋਕਾਂ ਨੇ ਸਰਕਾਰ ਇਹ ਲਿਆਂਦੀ ਹੈ। ਜੇ ਪਿਛਲੀਆਂ ਸਰਕਾਰਾਂ ਤੋਂ 75 ਸਾਲਾਂ ਦੇ ਵਿੱਚ ਕਿਸਾਨ ਅੱਕ ਗਏ, ਮਜ਼ਦੂਰ ਅੱਕ ਗਏ, ਮੁਲਾਜ਼ਮ ਅੱਕ ਗਏ, ਸਾਰੇ ਤਬਕੇ ਅੱਕ ਕੇ ਇਹਨਾਂ ਨੂੰ ਲਿਆਂਦਾ। ਜੇ ਹੁਣ ਇਹ ਸੱਚਮੁੱਚ ਉਹ ਗੱਲਾਂ ਤੇ ਜਿਹੜੀਆਂ ਕਹਿ ਕੇ ਆਏ ਆ ਉਹ ਲਾਗੂ ਕਰਦੇ ਆ ਤਾਂ ਅਗਲੀ ਵਾਰ ਲੋਕਾਂ ਨੂੰ ਫਿਰ ਚੁਣ ਲੈਣੇ ਆ। ਅਗਰ ਜੇ ਉਹ ਗੱਲਾਂ ਲਾਗੂ ਨਹੀਂ ਕਰਦੇ ਤਾਂ ਅਗਲੀ ਵਾਰ ਲੋਕਾਂ ਨੇ ਸਭ ਕੁਝ ਕਿਹਾ ਦੇਣਾ, ਅਗਲੀ ਵਾਰ ਫਿਰ ਦੂਜੇ ਨੂੰ ਕਿਸੇ ਹੋਰ ਚੁਣ ਲੈਣਾ। ਇਸ ਕਰਕੇ ਅਸੀਂ ਇਹੀ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਜਿਹੜੇ ਬਜਟ ਤੁਸੀਂ ਰੱਖਦੇ ਹੋ ਹਜੇ ਠੀਕ ਹੈ, ਨਮੂਨੇ ਨੇ, ਥੋੜੇ ਨੇ, ਇਹ ਹੋਰ ਵੱਡੀ ਪੱਧਰ ਤੇ ਰੱਖਣ ਦੀ ਲੋੜ ਹੈ। ਜੇ ਸੱਚਮੁੱਚ ਕਿਸਾਨੀ ਦੀ ਬਾਂਹ ਫੜਨੀ, ਅਜੇ ਤਾਂ ਖੁਦਕੁਸ਼ੀਆਂ ਨਹੀਂ ਰੁਕੀਆਂ ਕਿਸਾਨਾਂ ਦੀਆਂ, ਬਹੁਤ ਵੱਡੀ ਪੱਧਰ ਤੇ ਹੋ ਰਹੀਆਂ ਨੇ। ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ, ਉਹ ਪਰਿਵਾਰ ਬਿਲਕਦੇ ਆ, ਨੌਕਰੀਆਂ ਨਹੀਂ ਮਿਲੀਆਂ, ਹਜੇ ਸਾਰੇ ਤਬਕੇ ਬਿਲਕ ਰਹੇ। ਅਸੀਂ ਵੀ ਮੰਨਦੇ ਹਾਂ ਵੀ ਜੇ ਸਰਕਾਰ ਨੇ ਸਮਾਂ ਮੰਗਿਆ ਤੇ ਕਿਸਾਨਾਂ ਨੇ, ਸਾਰੇ ਤਬਕੇ ਨੇ ਸਰਕਾਰਾਂ ਨੂੰ ਸਮਾਂ ਦਿੱਤਾ ਹੈ, ਪਰ ਇਹ ਹੁਣ ਬੜਾ ਚਿਰ ਚੱਲਦਾ ਨਹੀਂ। ਇਸ ਕਰਕੇ ਇਹਨੂੰ ਜ਼ਮੀਨੀ ਹਕੀਕਤ ਬੁੱਝਣੀ ਚਾਹੀਦੀ ਹੈ। ਬਿਲਕੁਲ ਸਾਫ਼ ਤੌਰ ਤੇ ਜਿਹੜੀ ਸਰਕਾਰ ਹੈ ਕਿਸਾਨਾਂ ਲਈ ਬਜਟ ਲੈ ਕੇ ਆਈ ਸੀ ਜਿਹਦੇ ਵਿੱਚ 13,888 ਕਰੋੜ ਰੁਪਏ ਦਾ, ਪਰ ਕਿਸਾਨ ਮੰਨਦੇ ਨੇ, ਸਵਾਗਤ ਕਰਦੇ ਨੇ। ਉਹ ਕਹਿ ਰਹੇ ਨੇ ਕਿ ਜਦੋਂ ਇਹ ਜ਼ਮੀਨੀ ਰੂਪ ਦੇ ਉੱਪਰ ਜਾਣੀ ਕਿ ਗਰਾਊਂਡ ਦੇ ਉੱਪਰ ਲਾਗੂ ਹੋ ਜਾਏਗਾ ਉਦੋਂ ਮੰਨਣਗੇ। ਫਿਲਹਾਲ ਕਹਿ ਰਹੇ ਨੇ ਕਿ ਜਿਹੜੀਆਂ ਚੀਜ਼ਾਂ ਦੀ ਗੱਲ ਸਰਕਾਰ ਕਰ ਰਹੀ ਹੈ, ਭਾਵੇਂ ਬਾਸਮਤੀ ਖਰੀਦਣ ਦੀ ਗੱਲ ਹੋਵੇ, ਭਾਵੇਂ ਮੂੰਗੀ ਦੀ ਹੋਵੇ, MSP ਦੇ ਖਰੀਦਣ ਦੀ ਗੱਲ ਹੋਵੇ, ਜਾਂ ਫਿਰ ਕਹਿ ਸਕਦੇ ਹਾਂ ਕਿ ਬਦਲਵੇਂ ਚੱਕਰ ਦੇ ਵਿੱਚ ਕਿਸਾਨਾਂ ਨੂੰ ਕੱਢਣ ਦੇ, ਝੋਨੇ ਦੇ ਚੱਕਰ ਚੋਂ ਕੱਢਣ ਦੇ ਲਈ, ਜਾਂ ਜਿਹੜਾ ਧਰਤੀ ਜਿਹੜਾ ਪਾਣੀ ਬਚਾਉਣ ਦੀ ਗੱਲ ਲਈ ਵੱਡਾ ਬਜਟ ਰੱਖਿਆ ਗਿਆ, ਤਾਂ ਸਰਕਾਰ ਕਿਸਾਨ ਮੰਨਦੇ ਨੇ ਕਿ ਇਹ ਉਦੋਂ ਹੀ ਸਹੀ ਮੰਨਿਆ ਜਾਏਗਾ ਜਦੋਂ ਇਹ ਗਰਾਊਂਡ ਦੇ ਉੱਪਰ ਲਾਗੂ ਹੋਏਗਾ, ਕਿਉਂਕਿ ਫਿਲਹਾਲ ਹਜੇ ਬਜਟ ਦੇ ਵਿੱਚ ਘੋਸ਼ਣਾ ਹੀ ਕੀਤੀਆਂ ਗਈਆਂ ਨੇ। ਵਿੱਕੀ ਬੋਲਰ, ਪੰਜਾਬ ਤੱਕ, ਸੰਗਰੂਰ।